ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗਰੀਬ ਨਿਵਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ। ਕੋਟ ਪਰਾਧ ਪਰੇ ਭੀ ਤੇਰੇ ਚੇਰੇ ਰਾਮ। कोट बराद हमारे खंडो अनक विधि समझाव। हमें अज्ञान अल्प मत थोड़ी तुम्हें आपन बिरद रखाव। तुम्हारी शरण तुम्हारी आसा तुम ही सजन सुहेले। राखो रखनहार दयाला नानक कर के गोले। भगत वशल सुन हो तुम निराश हृदय। पतत पावन सुन आशा युरधार हूँ। भगत वशल सुन हो तुम निराश हृदय। पतत पावन सुन आशा युरधार हूँ। अंतरजामी सोना कंपत हो अंतर्गत। दीन को दयाल सुन पे परमटार हूँ। जलधर संगम के अफल सिंबल द्रम। चंदन सुगंध सन बंद मैल गार हूँ। अपनी करनी कर नरक हूँ ना पामू ठोर। तुमरो बिरद कर आसरो संभार हूँ। अपनी करनी कर नरक हूँ ना पामू ठोर। तुमरो बिरद कर आसरो संभार हूँ। तुमरो बिरद कर आसरो संभार हूँ। सन्मान सत्कार योग गुरु सवारी गुरु प्यारी गुरु का रूप स्वरूप खालसा साध संगत। वडभागी हो, साहिब नसीब हो, उत्तम कर्मा वाली हो। जो बाला प्रीतम सतगुरु सर्व सुख करता सर्व दुख हरता जिन्हां दे दर्शन मात्र नाल
ਸਾਰੇ ਦੁੱਖਾਂ ਦਾ ਨਾਸ਼ ਹੋ ਜਾਏ। ਇਹਨਾਂ ਵਡਿਆਈਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਬਰਕਤਾਂ, ਰਹਿਮਤਾਂ, ਬਖਸ਼ਿਸ਼ਾਂ ਭਰੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਥਵਾ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਇੰਟਰਨੈਟ, ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਗੁਰੂ ਦੇ ਸ਼ਬਦ ਦਾ ਰਸ ਮਾਣ ਰਹੇ ਹੋ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਪਾਵਨ ਕਥਾ ਵਿਚਾਰ ਵਿੱਚ ਅੱਜ ਦਾ ਪਾਵਨ ਪਵਿੱਤਰ ਬਚਨ ਜੋ ਗੁਰੂ ਉਸਤਤੀ ਵਿੱਚ ਭੱਟਾਂ ਨੇ ਉਚਾਰਨ ਕੀਤੇ, ਭੱਟਾਂ ਦੇ ਸਵਈਆ ਨਾਲੋਂ ਹੋਰ ਕਿਤੇ ਵੀ ਕੋਈ ਗੁਰੂ ਉਸਤਤੀ ਦਾ ਇਹੋ ਜਿਹਾ ਖਜ਼ਾਨਾ ਨਹੀਂ ਮਿਲਦਾ ਜਿੱਥੇ ਕਿ ਇੰਨੇ ਪਿਆਰ ਨਾਲ, ਇੰਨੇ ਸਿਦਕ ਨਾਲ, ਇੰਨੀ ਸ਼ਰਧਾ ਨਾਲ, ਇੰਨੇ ਭਰੋਸੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਭੱਟਾਂ ਨੇ ਕੀਤੀ ਹੈ। ਭੱਟ ਮਥੁਰਾ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਗੁਰੂ ਉਸਤਤੀ ਦਾ ਇਹ ਸਵਈਆ ਆਪ ਜੀ ਨੇ ਪੰਥ ਦੀ ਮਹਾਨ ਸ਼ਖਸੀਅਤ, ਸਨਮਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਵਿਚਾਰ ਆਰੰਭਤਾ ਤੋਂ ਪਹਿਲਾਂ ਜਿੱਥੇ ਮੈਂ ਬਾਲਾ ਪ੍ਰੀਤਮ ਸਤਿਗੁਰੂ ਪਾਤਸ਼ਾਹ ਜੀ ਦਾ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ, ਉਸ ਦੇ ਨਾਲ ਨਾਲ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਗੁਰੂ ਨਾਨਕ ਨਾਮ ਲੇਵਾ ਨੂੰ, ਸਮੁੱਚੇ ਸਿੱਖ ਪੰਥ ਨੂੰ ਔਰ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਦਿਲ ਦੀਆਂ ਨਿਹਾਇਤ ਗਹਿਰਾਈਆਂ ਤੋਂ ਵਧਾਈ ਦਿੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਬਹੁਤ ਵੱਡਾ ਸਨਮਾਨ ਸੇਵਾ ਰਤਨ ਝੋਲੀ ਵਿੱਚ ਪਾ ਕੇ ਨਿਵਾਜਿਆ ਔਰ ਇਹ ਸਨਮਾਨ ਉਸ ਨਾਜ਼ੁਕ ਦੌਰ ਵਿੱਚ ਕੀਤੀ ਹੋਈ ਸੇਵਾ ਦਾ ਸਦਕਾ ਹੈ ਤੇ ਮੈਂ ਸਮਝਦਾ ਵੀ ਇਹ ਸਨਮਾਨ ਸਮੂਹ ਉਹਨਾਂ ਸੰਗਤਾਂ ਦੇ, ਉਹਨਾਂ ਵੀਰਾਂ ਦੇ, ਉਹਨਾਂ ਗੁਰੂ ਨਾਨਕ ਨਾਮ ਲੇਵਾਂ ਦੇ ਸਹਿਯੋਗ, ਪਿਆਰ, ਅਸੀਸਾਂ ਦਾ ਸਦਕਾ ਹੈ, ਜਿਨ੍ਹਾਂ ਨੇ ਉਸ ਨਾਜ਼ੁਕ ਦੌਰ ਵਿੱਚ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ। ਤੋ ਸਾਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਹ ਮਾਣ ਬਖਸ਼ਿਸ਼ ਕੀਤਾ ਹੈ। ਸਮੂਹ ਦਿੱਲੀ ਕਮੇਟੀ, ਸਮੂਹ ਸਟਾਫ, ਸਮੂਹ ਦਿੱਲੀ ਦੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਇਹ ਮਾਣ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਵਿਚਾਰ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਮਥੁਰਾ ਜੀ ਜਿਨ੍ਹਾਂ ਨੇ ਜਿੱਥੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਗੁਰੂ ਉਸਤਤੀ ਕਰਕੇ ਸਥਾਨ ਪ੍ਰਾਪਤ ਕੀਤਾ ਹੈ, ਉਸ ਦੇ ਨਾਲ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਰਤਾ ਚੋਂ 4 ਸ਼ਹੀਦਾਂ ਚੋਂ ਇੱਕ ਸ਼ਹੀਦ ਭਾਈ ਮਥੁਰਾ ਜੀ ਵੀ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 'ਚ
जिथे गुरु साहिब गुरसिख भगत ਅਤੇ ਭੱਟ ਸਾਹਿਬਾਨਾਂ ਦੀ ਬਾਣੀ ਹੈ। ਇਹਨਾਂ ਵਿੱਚ 4 ਸ਼ਹੀਦਾਂ ਦੀ ਬਾਣੀ ਹੈ। ਪਹਿਲੇ ਸ਼ਹੀਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਸ਼ਹੀਦਾਂ ਦੇ ਸਿਰ ਤਾਜ। ਦੂਸਰੇ ਸ਼ਹੀਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਵਾਜ਼ ਜੀ। ਔਰ ਇਹਨਾਂ ਭੱਟਾਂ ਦੇ ਵਿੱਚੋਂ ਭੱਟ ਮਥਰਾ ਜੀ ਅਤੇ ਭੱਟ ਕੀਰਤ ਜੀ, ਇਹ 2 ਭੱਟ ਜਿਹੜੇ ਨੇ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਗੁਰੂ ਕੀ ਫੌਜ ਵਿੱਚ ਰਹੇ ਔਰ ਇਹਨਾਂ ਨੇ ਸ਼ਹੀਦੀ ਜਾਮ ਪੀਤਾ। ਇਹਨਾਂ ਦੀ ਜੀਵਨੀ ਚੋਂ ਐਸਾ ਮਿਲਦਾ ਹੈ। ਗੁਰੂ ਉਸਤਤ ਦੀ ਬਾ ਕਮਾਲ ਮਿਸਾਲ ਪੇਸ਼ ਕੀਤੀ ਹੈ ਭੱਟਾਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਅੱਜ ਵੀ ਇਹ ਮਰਿਆਦਾ ਦਰਬਾਰ ਸਾਹਿਬ ਆਪ ਜੀ ਵੇਖਦੇ ਹੋ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹੋਣ ਵਾਸਤੇ ਆਉਂਦੇ ਨੇ, ਉਦੋਂ ਕੀਰਤਨ ਕੁਝ ਸਮੇਂ ਵਾਸਤੇ ਰੁਕਦਾ ਹੈ। ਸਤਿਕਾਰਯੋਗ ਸਿੰਘ ਸਾਹਿਬਾਨ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦੀ ਸਾਰੀ ਤਿਆਰੀ ਕਰਦੇ ਨੇ। ਇੰਨੇ ਸਮੇਂ ਵਿੱਚ ਗੁਰੂ ਦੇ ਸਿੱਖ ਬੜੇ ਹੀ ਪਿਆਰ ਨਾਲ ਪ੍ਰੇਮ ਵਿੱਚ ਭਿੱਜ ਕੇ ਜੋ ਗੁਰਬਾਣੀ ਪੜ੍ਹਦੇ ਨੇ ਉਹ ਕੇਵਲ ਭੱਟਾਂ ਦੇ ਸਵਈਏ ਉਤੇ ਗਾਇਨ ਕੀਤੇ ਜਾਂਦੇ ਨੇ। ਬੜੀ ਤਰਤੀਬ ਨਾਲ, ਬੜੀ ਲਹਿਜ਼ੇ ਨਾਲ, ਉਹ ਬੜੀ ਲੈਅ ਵਿੱਚ ਭੱਟਾਂ ਦੇ ਸਵਈਏ ਗਾਇਨ ਕੀਤੇ ਜਾਂਦੇ ਨੇ। ਉਹ ਗੁਰੂ ਉਸਤਤੀ ਵਿੱਚ ਇਹ ਸਾਰੇ ਸਵਈਏ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। तो पिछले बहुत लंबे समय तो भट्टां दी सवैयां दी विचार चल रही है, इसलिए मैं इस प्रथाए ज़्यादा ना जावां। विचार आरंभता है तो साहब ने कृपा की भट्ट मथरा जी की रसना तो गुरु स्थिति हो रही है। अंत न पावत देव सबे मुन, ये कहदे वास्ते कह रहे हैं? ये शब्द तो वैसे परमात्मा ली ने, बेअंत ते परमात्मा ही है, वाहिगुरु बेअंत है, तू बेअंत कोई विरला जाने। उस वाहिगुरु नू बेअंत, असीम, अथा, अगणत, बेअंत ऐसे नामां नाल वाहिगुरु नू याद किया जाता है। पर यह उस्तुति हो रही है गुरु अर्जन देव पातशाह महाराज की, क्योंकि पिछे आप पढ़ आए हैं, विचार आए हैं भी गुरु अर्जन परतख हार, ते जदों गुरु अर्जन परतख हार है तो जिन्हें हरि दे गुण ने, रब दे गुण ने, उन्ने गुण गुरु अर्जन देव महाराज जी दे ने। महाराज की पावन बाणी च सिख वास्ते भी जिहड़ा गुरु च भेद होवे ना सेवक, उहदे लई भी बचन है, हर का सेवक हर ही जिहा, हर हर जन दुई एक है, बिब विचार किछ नाहीं। बूंद परनालियां तो, नालियां तो, दरियावां तो, महणा तो हुंदी हुई समुंदर विच पहुंच जाए, वो फिर समुंदर तो वखरी नहीं, समुंदर दा ही रूप खवाउंदी है। पर जेड़े आप परतख हार ने, जेड़े आप परमेश्वर दा रूप ने, और जिन्होंने बाकी गुरु साहिबां नालों पहले 4 गुरु साहिबां नालों एक वखरी बख्शिश गुरु अर्जन देव महाराज जी नूं हुई। गुरु नानक पातशाह महाराज ते अवतार तो पहला ही आप परमेश्वर ने। गुरु अंगद देव पातशाह महाराज जी दे परिवार विच पहला सिखी नहीं, इन्हां दे वड वडेरे सिख नहीं, इन्हां दे परिवार विच सिखी नहीं। बाद दे विच भाई राय जोध कोलों गुरु दी उस्तत सुनी, बाणी सुनी, गुरु नानक महाराज दी शरण विच आए। गुरु अमरदास महाराज जी दी ते 60 साल दी उम्र बिना गुरु तो बतीत हुई होर कर्म कांडा च।
ਪਰਿਵਾਰ ਵਿੱਚ ਜਨਮ ਤੋਂ ਸਿੱਖੀ ਦਾ ਮਾਹੌਲ ਮਿਲਿਆ ਹੋਵੇ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਵੀ ਨਹੀਂ ਹੋਇਆ। ਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਗਰੀਬ ਨਿਵਾਜ ਸੋਢੀ ਸੁਲਤਾਨ ਸਾਹਿਬ ਜੀ, ਉਹਨਾਂ ਦਾ ਬਚਪਨਾ ਤੇ ਆਪਾਂ ਪੜ੍ਹਦੇ ਹਾਂ ਵੀ ਛੋਟੀ ਉਮਰੇ ਮਾਤਾ ਜੀ ਪਿਤਾ ਜੀ ਦਾ ਕਾਲ ਚਲਾਣਾ ਹੋ ਗਿਆ। ਉੱਥੇ ਵੀ ਪਰਿਵਾਰ ਵਿੱਚ ਸਿੱਖੀ ਨਹੀਂ। ਉੱਥੇ ਜਦੋਂ ਆਪਣੀ ਨਾਨੀ ਦੇ ਨਾਲ ਬਾਸਰ ਕੀ ਗਿੱਲਾ ਆਏ, ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹਨਾਂ ਨੂੰ ਮੇਲ ਹੋਇਆ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਜਿਨ੍ਹਾਂ ਨੇ ਆਪਣੇ ਅਵਤਾਰ ਤੋਂ ਬਾਅਦ ਜਿੱਥੇ ਮਾਤਾ ਦੀ ਗੋਦ ਪਿਤਾ ਦੀ ਗੋਦ ਦਾ ਆਨੰਦ ਮਾਣਿਆ, ਉਸ ਦੇ ਨਾਲ ਨਾਲ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਸਿੱਖੀ ਮਾਣੀ ਤੇ ਗੁਰੂ ਦੀ ਸਿੱਖੀ ਪ੍ਰਾਪਤ ਕੀਤੀ। ਇਸੇ ਲਈ ਬਚਨ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੂੰ ਜਨਮ ਤੋਂ ਹੀ ਗੁਰੂ ਦੀ ਮੱਤ ਮਿਲ ਗਈ। ਜਿਹੜਾ ਸਿੱਖੀ ਨਾਲ, ਸਿੱਖੀ ਖੁਸ਼ਬੂ ਨਾਲ, ਸਿੱਖੀ ਦੀ ਮਹਿਕ ਨਾਲ, ਸਿੱਖੀ ਸਿਧਾਂਤ ਦੇ ਗੁਣਾਂ ਨਾਲ ਲਬਾਲਬ ਭਰਿਆ ਹੋਇਆ ਮਿਲਿਆ। ਨਾਨੇ ਗੁਰੂ ਦੀਆਂ ਇੰਨੀਆਂ ਬਖਸ਼ਿਸ਼ਾਂ ਮਿਲੀਆਂ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਖਸ਼ਿਸ਼ਾਂ ਵੀ ਮਿਲੀਆਂ। ਤੇ ਫਿਰ ਵੱਡੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ। ਇਸ ਲਈ ਭੱਟ ਮਥਰਾ ਜੀ ਕਹਿੰਦੇ ਨੇ, ਅੰਤ ਨਾ ਪਾਵਤ ਦੇਵ ਸਭੈ ਮੁਨ, ਸਾਰੇ ਦੇਵਤੇ 33 ਕਰੋੜ ਦੇਵੀ ਦੇਵਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੁਹਾਡਾ ਅੰਤ ਨਹੀਂ ਪਾ ਸਕਦੇ। ਪਰਮਾਤਮਾ ਦਾ ਅੰਤ ਪਾਉਣਾ ਤੇ ਇੱਕ ਪਾਸੇ, ਗੁਰੂ ਦਾ ਅੰਤ ਪਾਉਣਾ ਤੇ ਇੱਕ ਪਾਸੇ, ਗੁਰੂ ਦੀ ਕੁਦਰਤ ਦਾ, ਗੁਰੂ ਦੀਆਂ ਖੇਡਾਂ ਦਾ, ਪਰਮਾਤਮਾ ਦੀਆਂ ਖੇਡਾਂ ਦਾ ਅੰਤ ਨਹੀਂ ਪੈਂਦਾ। ਅਨਿੱਕਾ ਜਿਹਾ ਸਰੀਰ, ਮਿੱਟੀ ਦਾ ਪੁਤਲਾ ਰੱਬ ਨੇ ਬਣਾਇਆ ਹੈ, ਇਹਦੇ 'ਚ ਕੀ ਕੁਝ ਬਣਾਤਾ, ਇਹਦਾ ਅੰਤ ਨਹੀਂ ਪੈਂਦਾ। ਆਕਾਸ਼ ਦਾ ਅੰਤ ਨਹੀਂ ਪੈਂਦਾ, ਧਰਤੀ ਦਾ ਅੰਤ ਨਹੀਂ ਪਿਆ ਜੇ ਤੱਕ। ਧਰਤੀ ਹੋਰ ਪਰੇ ਹੋਰ ਹੋਰ, ਇੱਥੇ ਵੀ ਦਾਅਵੇ ਕੀਤੇ ਗਏ ਵੀ 7 ਆਕਾਸ਼ ਤੇ 7 ਪਾਤਾਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੱਥੇ ਅਟਕੇ ਹੋ? 7 ਤੇ ਨਹੀਂ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇੱਥੇ ਤੇ ਲੱਖਾਂ ਨੇ, ਇਹਦਾ ਅੰਤ ਨਹੀਂ। ਕੁਦਰਤ ਦਾ ਅੰਤ ਨਹੀਂ। ਤੇ ਉਸ ਵਾਹਿਗੁਰੂ ਦਾ, ਇਸ ਕੁਦਰਤ ਨੂੰ ਬਣਾਉਣ ਵਾਲੇ ਦਾ ਤੇ ਉਹਦਾ ਰੂਪ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅੰਤ ਕਿਹਨੇ ਜਾਣਨਾ ਹੈ? ਔਰ ਅੰਤ ਦੇ ਅਰਥ ਵੀ ਕੀ ਨੇ? ਅੰਤ ਕੀ ਹੈ? ਜਿਹਦੇ ਬਾਰੇ ਕੋਈ ਜਾਣ ਹੀ ਨਹੀਂ ਸਕਦਾ, ਉਹਨੂੰ ਕਹਿੰਦੇ ਨੇ ਅੰਤ। ਜਪ ਬਾਣੀ 'ਚ ਪੜ੍ਹਦੇ ਆ, ਇਹੋ ਅੰਤ। ਅੰਤ ਕੀ ਹੈ? ਇਹ ਅੰਤ ਨਾ ਜਾਣੇ ਕੋਈ, ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ। ਆਪਾਂ ਤੇ ਸਮਾਪਤੀ ਨੂੰ ਅੰਤ ਕਹਿ ਦਿੰਦੇ ਆ, ਸੰਪੂਰਨਤਾ ਨੂੰ ਅੰਤ ਕਹਿ ਲੈਂਦੇ ਆ। ਜਿੱਥੇ ਐਂਡ ਹੋ ਜਾਵੇ ਇਹਨੂੰ ਅੰਤ ਕਹਿੰਦੇ ਆ, ਵੀ ਖਤਮ ਹੈ, ਇੱਥੇ ਖਤਮ ਨੂੰ ਅੰਤ ਕਹਿੰਦੇ ਆ। ਅੰਤ ਦਾ ਅਰਥ ਮਹਾਰਾਜ ਜੀ ਨੇ ਕੀਤਾ ਹੈ। ਮਹਾਰਾਜ ਜੀ ਨੇ ਕਿਹਾ ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ, ਕੋਈ ਜਾਣ ਹੀ ਨਹੀਂ ਸਕਿਆ। ਇਸ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ, ਰਾਜਾ ਜੈ ਸਿੰਘ ਦੇ ਬੰਗਲੇ 'ਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ, ਰਾਜਾ ਜੈ ਸਿੰਘ ਔਰੰਗਜ਼ੇਬ ਕੋਲ ਮਹਾਰਾਜ ਦੀ ਬੜੀ ਉਸਤਤ ਕਰਦਾ। ਔਰੰਗਜ਼ੇਬ, ਤੇਰੇ ਕਰਮਾਂ 'ਚ ਗੁਰੂ ਦੇ ਦੀਦਾਰ ਨਹੀਂ, ਇਹ ਬਦਕਿਸਮਤੀ ਹੈ। ਪਰ ਜਿਹੜਾ ਕੋਈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲੈਣਾ, ਉਹਨਾਂ ਦੇ ਦਰਸ਼ਨਾਂ ਦੇ ਨਾਲ ਜੋ ਕੁਝ ਪ੍ਰਾਪਤ ਹੁੰਦਾ ਹੈ ਨਾ, ਇਉਂ ਲੱਗਦਾ ਵੀ ਉਹ ਆਨੰਦ, ਉਹ ਸੁੱਖ, ਉਹ ਸਕੂਨ ਆਪਾਂ ਰਾਜੇ ਮਹਾਰਾਜੇ ਹੋ ਕੇ ਨਹੀਂ ਮਾਣਿਆ, ਜੋ ਸੁੱਖ ਗੁਰੂ ਦੇ ਦਰਸ਼ਨਾਂ ਤੋਂ ਮਿਲਦਾ। ਔਰੰਗਜ਼ੇਬ ਆਖਣ ਲੱਗਾ, ਰਾਜਾ ਥੋੜਾ ਜਿਹਾ ਖਿਆਲ ਕਰੀ, ਤੂੰ ਲੋਕਾਂ ਵੱਲ ਦੇਖਾ ਦੇਖੀ ਤੇ ਨਹੀਂ ਮੱਥੇ ਟੇਕੀ ਜਾਂਦਾ। ਸਿੱਖੀ 5 ਤਰ੍ਹਾਂ ਦੀ ਹੈ।
धंधे की एक देखा देखी हिरसी तरह सिदकी वरेखी पंचमय भाव की भली प्रथमायम जिम भाई चले सब सगरे मुझ निगरा कहें ले सिखी धंधे की है। को एक सिख बनिया के देखा दर पदार्थ भले बसेखा लोभ पदार्थ को मन भयो गुरु को सिख हुई सो गयो। तीजी सिखी हिरसी जानो बहुत करे करण सोठानो सोजी कछु नाप को आई नहीं सीख ले गुरमत पाई। चौथी सिखी सिदकी हुए गुरबिन अवर न माने कोई। पंचम सिखी भाव उपाई लाख गुर महिमा पर शरण आई। पंज तरह की सिखी है जिहदे चों तीन तरह की सिखी बहुत आदाद है धंधे की देखा देखी ते हिरस दी। सिदक दी ते प्यार वाली चौथी ते पंजवीं सिदक ते प्यार ये विरलियां दे हिस्से आई। तो औरंगजेब ने आखिया भी ये ना होवे भी लोकी मत्था टेकदे ने ते तू भी टेकी जाए ते थोड़ा जिहा विचार लेना चाहिए है भी महाराज की उम्र बड़ी छोटी है। इन्नी छोटी उम्र च ये अजमतां ये बख्शिशां किते लोकां दा बहुता दिखावा ते नहीं। वो कहंदा जी फिर वो कहंदे फिर ये भी परख कर। राजा जय सिंह आखण लगा भी परख करनी नहीं चाहिए। मैं की परख करांगा मैनू की समझ है। उन्हें क्या नहीं परख कर कि भी तेरे कहने ते मैं कर लेना उदा मेरा हिया नहीं। उन्हें कह रहा जरूर परख कर। आके गुरु हरकृष्ण साहब महाराज जी के चरणों च बेनती की महाराज मेरे ते कृपा करो ते मेरिया राणियां तुहाडे दर्शन करना चाहुंदियां ने। ते महाराज कहंदे भी तुसीं उन्हां नूं लैओ। नहीं महाराज तुसीं ना मेरे निजी निवास विच जिथे राणियां दा वास है उत्थे कृपा करो नाले आप जी दे दर्शन करनगियां नाले हत्थीं सेवा करनगियां उन्हां दा जीवन सफल होएगा। ते मन विच ख्याल ये सी भी मैं महाराज दी परख करनी है। ते की कीता जिहड़ी उहदी पटराणी सी ना वड्डी राणी उहनूं गोलियां वाले कपड़े पवाते। गोलियां वाले कपड़े तो गोली नूं राणी वाले कपड़े पवा के बिठाता। ते पातशाह महाराज जी जदों आए तो महाराज जी ने पूछया भी राजा तेरी राणी केड़ी है। हाथ जोड़ के आंदा महाराज तुसीं दसो। कवि संतोख सिंह जी ने जिक्र किया भी जदों गुरु हरकृष्ण साहब महाराज जी आए ना जेड़ी आके नमस्कार करे मत्था टेके ते महाराज आखदे ने ये भी तेरी राणी नहीं ये भी राणी नहीं ये भी राणी नहीं। अखीर ते वो जिन्हों गोलियां वाले कपड़े पवाए सी उन्हें आके मत्था टेकिया ते महाराज जी ने ਉਹਦੇ सिर ते छटी रखी ते आख्या ये तेरी राणी है पर गोलियां वाले कपड़े पाई फिरदी है। राणी होके गोलियां वाले कपड़े जे परमात्मा ने राज भाग दिता है इनू माणो ਇਹਦਾ आनंद माणो मालिक का शुक्र करो। ते पातशाह जी ने बचन किया भी राजा साड़ी परख करने वास्ते तेनू गुरु नानक की गद्दी ते शक हो गया। औरंगजेब नूं भरोसा नहीं बात जुदा है क्योंकि उहदा अकीदा नहीं है। उहदा अकीदा किते होर है। उहनूं मुबारक पर तू ते बड़े प्यार नाल बड़ी श्रद्धा नाल लैके आया सा ते तैनूं ही शक हो गया। पानियों पानी हो गया पैरां हेठों जमीन खिसक गई चरना ते ढह के माफी मंगी सतगुरु मेरे तो भुल हो गई। मैं परख करने वास्ते तुर पिया। मैं परखां ते सही गुरु जानदा भी है दिल दी कि नहीं जानदा। कई बार आप बहुता समा जिंदगी दा बस गुरु की परख करदे ही कट दिन्ने। गुरु ने उन्होंने दिता मैं भी जाके वेखा मैनू दिंदा कि नहीं दिंदा। उहदे दुख गुरु ने कटे ने मेरे कटदा कि नहीं कटदा वेखण ते सही। उत्ते सारे जांदे ने मैं भी जाके वेखा ते सही। ते जदों वेखा ते सही वाला ख्याल है ना फिर तू की लैके जाना किसी ने। इत्थे ते फिर यह है भी निमरता भरोसा यकीन भी सतगुरु पातशाह महाराज जी जेड़ा भी तेरे दर ते आउंदा है ना तो उन्होंने खाली नहीं जान दिंदा। लैण वाला लै लै के थक जाए मेरे साहबा तू दे दे के नहीं थकदा। वड्डा दाता तिल ना तमाए
ਤੂੰ ਵੱਡਾ ਦਾਤਾ ਹੈ। ਤੋ ਭੱਟ ਜੀ ਕਹਿੰਦੇ ਨੇ ਅੰਤ ਨ ਪਾਵਤ ਦੇਵ ਸਭੈ ਮੁਨ, ਦੇਵਤੇ ਵੀ ਉਹਦਾ ਅੰਤ ਨਹੀਂ ਪਾਉਂਦੇ, ਸਾਰੇ ਮੁਨੀ ਉਹਦਾ ਅੰਤ ਨਹੀਂ ਪਾਉਂਦੇ। 9 ਮੁਨੀ ਮੰਨੇ ਨੇ, ਬਾਣੀ 'ਚ ਵੀ ਜ਼ਿਕਰ ਹੈ। ਜਨਕ ਜਨਕ ਬੈਠੇ ਸਿੰਘਾਸਨ, 9 ਮੁਨੀ ਧੂਰ ਮੁਖ ਲਾਵੇ ਗੋ। 9 ਮੁਨੀ ਤੇ 9 ਮੁਨੀਆਂ ਚੋਂ ਸ੍ਰੇਸ਼ਟ ਮੁਨੀ ਮੰਨਿਆ ਗਿਆ ਸਭ ਤੋਂ ਸਰਵੋਤਮ ਨਾਰਦ ਮੁਨੀ। ਧਰੁਵ ਭਗਤ ਨੂੰ ਨਾਰਦ ਜੀ ਨੇ ਉਪਦੇਸ਼ ਦਿੱਤਾ ਹੈ ਵੀ ਪਰਮਾਤਮਾ ਦੀ ਬੰਦਗੀ ਕਰ, ਉਸ ਪਾਸੇ ਤੁਰ। ਇਹ ਨਾਰਦ ਮੁਨੀ, ਇਹ ਬ੍ਰਹਮਾ ਦਾ ਪੁੱਤਰ ਵੀ ਬਹੁਤ ਸਾਰੇ ਗ੍ਰੰਥਾਂ 'ਚ ਇਹ ਵੀ ਜ਼ਿਕਰ ਹੈ ਕਿ ਬ੍ਰਹਮਾ ਦਾ ਪੁੱਤਰ ਹੈ। ਉਹਦਾ ਬ੍ਰਹਮਾ ਦੇ 4 ਪੁੱਤਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਇਆ ਹੈ। ਇਹ ਵੀ ਅੰਤ ਨਾ ਪਾ ਸਕਿਆ, ਇਹ ਵੀ ਅੰਤ ਨਾ ਪਾ ਸਕਿਆ। ਇੰਦਰ ਮਹਾਸ਼ਿਵ ਜੋਗ ਕਰੀ, ਇੰਦਰ ਸਵਰਗਪੁਰੀ ਦਾ ਰਾਜਾ, 33 ਕਰੋੜ ਦੇਵੀ ਦੇਵਤਿਆਂ ਦਾ ਮੁਖੀ ਰਾਜਾ, ਜਿਹਦੇ ਕੋਲ ਜਦੋਂ ਸਮੁੰਦਰ ਮੰਥਨ ਕੀਤਾ ਜੋ ਕੁਝ ਉਹਦੇ ਚੋਂ ਪਦਾਰਥ ਨਿਕਲੇ ਉਹਨਾਂ ਦਾ ਮਾਲਕ ਹੈ ਉਹ। ਜਿਹਦੇ 'ਚ ਲక్ష్ਮੀ, ਜਿਹਦੇ 'ਚ ਕਾਮਧੇਨ ਗਊ, ਜਿਹਦੇ 'ਚ ਪਾਰਜਾਤ ਰੁੱਖ, ਉਹਦੇ ਸਵਰਗ ਵਿੱਚ ਨੇ। ਪਰ ਉਹ ਵੀ ਪਰਮਾਤਮਾ ਦਾ, ਵਾਹਿਗੁਰੂ ਦਾ ਅੰਤ ਨਹੀਂ ਪਾ ਸਕਿਆ। ਕਿ ਬੇਨਤੀ, ਸਵਰਗ ਤੇ ਨਰਕ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ, ਪਰ ਜਦੋਂ ਗੁਰਬਾਣੀ ਪੜ੍ਹੀਏ ਨਾ ਤੇ ਸਿੱਖ ਦੀ ਮੰਜ਼ਿਲ ਸਵਰਗ ਨਰਕ ਨਹੀਂ। ਨਰਕ ਤੇ ਇੱਕ ਪਾਸੇ ਛੱਡੋ, ਸਿੱਖ ਦੀ ਮੰਜ਼ਿਲ ਸਵਰਗ ਵੀ ਨਹੀਂ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ। ਮੈਂ ਕੀ ਕਰਨਾ ਹੈ ਸਵਰਗ ਵਿੱਚ? ਸਵਰਗ ਵੀ ਨਹੀਂ ਚਾਹੀਦਾ। ਸਿੱਖ ਕਿੱਥੇ ਪਹੁੰਚਦਾ ਹੈ? ਸਿੱਖ ਨੂੰ ਗੁਰੂ ਪੁੱਛੇ ਵੀ ਕਿੱਥੇ ਜਾਣਾ ਚਾਹੁੰਦਾ ਹੈ? ਮਹਾਰਾਜ ਤੁਹਾਡੀ ਕਿਰਪਾ ਹੋਈ, ਤੁਹਾਡੀ ਸ਼ਰਨ ਵਿੱਚ ਆਏ, ਨਰਕ 'ਚ ਤੇ ਜਾਣੂ ਰਹੇ। ਤੇ ਫਿਰ ਤੇ ਮਹਾਰਾਜ ਜੀ ਸਵਰਗ ਜਾਣ ਦੀ ਇੱਛਾ ਹੀ ਨਹੀਂ, ਸਵਰਗ ਜਾਣਾ ਹੀ ਨਹੀਂ, ਫਿਰ ਕਿੱਥੇ ਜਾਣਾ? ਸਿੱਖ ਦੀ ਸੁਰਤ ਹੈ ਮੈਂ ਨਰਕ 'ਚ ਨਹੀਂ ਜਾਣਾ, ਮੈਂ ਸਵਰਗ 'ਚ ਨਹੀਂ ਜਾਣਾ, ਮੈਂ ਜਾਣਾ ਤੁਹਾਡੇ ਚਰਨਾਂ ਵਿੱਚ, ਮੈਂ ਰਹਿਣਾ ਤੁਹਾਡੇ ਚਰਨਾਂ ਵਿੱਚ। ਤੇ ਉਹ ਕਿੱਥੇ ਹੈ? ਉਹ ਸਵਰਗ ਨਹੀਂ, ਉਹ ਹੈ ਸੱਚਖੰਡ। ਸੱਚਖੰਡ ਵਸੈ ਨਿਰੰਕਾਰ। ਸਿੱਖ ਦੀ ਜੀਵਨੀ, ਸਿੱਖ ਦੀ ਸੁਰਤ ਬਹੁਤ ਉੱਚੀ ਹੈ। ਜਦੋਂ ਆਪਾਂ ਰੱਬ ਦੇ ਪਿਆਰਿਆਂ ਦਾ, ਸੰਤਾਂ ਮਹਾਂਪੁਰਖਾਂ ਦਾ, ਗੁਰੂ ਸਾਹਿਬਾਂ ਦਾ, ਗੁਰੂ ਦੇ ਸਿੱਖਾਂ ਦਾ ਜੀਵਨ, ਸ਼ਹੀਦਾਂ ਦਾ ਜੀਵਨ ਪੜ੍ਹਦੇ ਹਾਂ ਤੇ ਬਾਹਰਲੀ ਤੌਰ ਤੇ ਕਿਸ ਨੂੰ ਕਹਿੰਦੇ ਨਾ ਇਹ ਸਵਰਗ ਸਿਧਾਰ ਗਿਆ, ਤੇ ਗੁਰਸਿੱਖੀ ਵਿੱਚ ਇਹ ਸ਼ਬਦ ਨਹੀਂ ਵਰਤੇ ਜਾਂਦੇ ਵੀ ਇਹ ਸਵਰਗ ਚਲਾ ਗਿਆ। ਨਹੀਂ, ਅਸੀਂ ਕਹਿੰਦੇ ਸੱਚਖੰਡ ਪਿਆਨਾ ਕੀਤਾ, ਪ੍ਰਭਪੁਰ ਪਿਆਨਾ ਕੀਤਾ। ਪ੍ਰਭਪੁਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਆਪਾਂ ਜਦੋਂ ਬਚਨ ਪੜ੍ਹਦੇ ਹਾਂ, ਠੀਕਰ ਫੋਰ ਦਲੀਸ ਸਿਰ, ਸ਼ਹੀਦੀ ਦੇ ਦਿੱਤੀ, ਸਰੀਰ ਰੂਪੀ ਠੀਕਰਾ ਮਹਾਰਾਜ ਜੀ ਨੇ ਫੋੜਿਆ ਉਹ ਰੰਗੇ ਦੇ ਸਿਰ ਤੇ ਆਪ ਕਿੱਥੇ ਗਏ? ਸਵਰਗਾਂ 'ਚ ਗਏ? ਨਾ ਨਾ, ਸਵਰਗਾਂ 'ਚ ਨਹੀਂ। ਸਵਰਗ ਤੇ ਬਹੁਤ ਉਰੇ ਦੀ ਚੀਜ਼ ਹੈ। ਫਿਰ ਮਹਾਰਾਜ ਕਿੱਥੇ ਗਏ ਗੁਰੂ ਤੇਗ ਬਹਾਦਰ ਸਾਹਿਬ? ਪ੍ਰਭਪੁਰ, ਪ੍ਰਭੂ ਦੀ ਪੁਰੀ, ਜਿੱਥੇ ਰੱਬ ਰਹਿੰਦਾ ਹੈ, ਸੱਚਖੰਡ, ਸੱਚਖੰਡ ਗਏ। ਤੇਗ ਬਹਾਦਰ ਸੇ ਕਿਰਿਆ ਕਰੀ ਨਾ ਕਿਨਹੂ ਮਾਨ, ਤੇਗ ਬਹਾਦਰ ਕੇ ਚਲਤ। ਫਿਰ 2 ਕੰਮ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਵਾਲੇ ਦਿਨ। ਇੱਕ ਪਾਸੇ ਹਾਹਾਕਾਰ ਹੋਈ, ਇੱਕ ਪਾਸੇ ਜੈ ਜੈਕਾਰ ਹੋਈ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੇ ਖੁਸ਼ੀ ਕੌਣ ਮਨਾਏਗਾ? ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੇ ਖੁਸ਼ੀ ਮਨਾਈ ਗਈ। ਹੁਣ ਆਖਾਂਗੇ ਵੀ ਇਹ ਕਿਹੜਾ ਇਹੋ ਜਿਹਾ ਅਸ਼ਰਦਕ ਹੋਏਗਾ ਵੀ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੇ ਖੁਸ਼ੀ ਮਨਾਵੇ? ਅੱਜ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਦਿਲ ਭਰ ਆਉਂਦਾ ਹੈ, ਹਿਰਦਾ ਕੰਬ ਜਾਂਦਾ ਹੈ ਸ਼ਹੀਦੀ ਸੁਣ ਕੇ। ਕੌਣ ਹੈ ਜਿਹਨੇ ਖੁਸ਼ੀ ਮਨਾਈ? ਤੇ ਅੱਗੇ ਬਚਨ ਹੈ ਸਭ ਜਗ ਭਇਓ, ਸੰਸਾਰ ਵਿੱਚ ਮਚ ਗਈ ਹਾਹਾਕਾਰ, ਜੈ ਜੈ ਜੈ। ਸੁਰ ਲੋਕ ਤੇ ਦੇਵਤਿਆਂ ਨੇ
खुशी मनाई। देवतियां ने सुर लोक स्वर्गां विच जय जयकार की गुरु तेग बहादुर महाराज जी की। क्यों की? कि अज गुरु तेग बहादुर महाराज जी ने शहीदी दी है तो दुनिया ते साडा नाम निशान रह गया, नहीं तो मिट जाता। कवि संतोख सिंह जी। शाये जाति एकता अनेकता बिलाए जाति होवती कुचेलता कतेबन कुरान की। पाप ही प्रपक जाते धर्म तसक जाते वर्ण गर्क जाते सहित विधान की। देवी देव देवरे संतोख सिंह दूर होते रीत मिट जाती कथा बेदन पुराण की। श्री गुरु गोबिंद सिंह पावन परम सूर मूर्त न होती जो पे करुणा निधान की। महाराज जी का पावन प्रकाश गुरपुरब मना रहे ना। ते जे पातशाह महाराज 9 साल की उम्रे बापू नूं ना तोड़ दे ते धर्म की राखी लई गुरु तेग बहादुर महाराज जी की शहादत तो बाद हाहाकार करदियां मायूस होईयां सिख संगतां दे अंदर जज्बा जोश बहादरी ये ना भरदे तो गुलामी दीयां जंजीरां किते गलों लैंदियां? कदी भी ना लैंदियां। ये कलगियां वाले पातशाह महाराज जी की बख्शिश, ये महाराज जी की महान बख्शिश है। इस देश नूं देण है कलगियां वाले महाराज जी की। ते जे पातशाह महाराज जी ना करदे तो फिर सारा कुछ खत्म हो जाता। गुरु तेग बहादुर महाराज जी की शहीदी ते कलगियां वाले महाराज जी की इस देश नूं देण ना। एक बारी पाकिस्तान की यात्रा ते गए तो उत्थे याद आई। असी ज्यों तुरे लाहौर तो बाई रोड ते हसन अब्दाल पंजा साहिब पहुंचे ते सारे रस्ते किते कोई मंदिर ना दिखे, किते कोई होर ना दिखे, जेड़ा कोई भाई दिखे वो मुसलमान। जे कित्यों कोई रब दे नां दी आवाज सुने तो वह अजान, कोई धार्मिक स्थान दिखे तो मसीत। ते मन में ख्याल आया भी ये साडे देश विच भी आई कुछ हुंदा, क्योंकि रागजे भाई चाहुंदा सी भी इत्थे जेकर किसे देवी देवते दा ये गुरु पीरां दा अवतारां दा जिक्र करदे ने ना, ये सारियां दी तां इक्को जिक्र होना चाहिए कि इहदा सल्लल्लाहु अलैहि वसल्लम हजरत मुहम्मद साहब दा। इक्को धार्मिक ग्रंथ होना चाहिए कुरान, इको धार्मिक स्थान होना चाहिए मसीत, इको ही धर्म होना चाहिए इस्लाम। ये महान बख्शिश गुरु तेग बहादुर महाराज जी ने की। रंगिया गलत सोच के बैठा तू, ये नहीं होना, ये नहीं होना। ये कलगियां वाले महाराज जी की बख्शिश जिन्हों ने 9 साल की उम्र अपने बापू नूं तोड़िया और सानू ये बख्शिशां ये रहमतां कीतियां। सिंह साहब जी जिक्र कर रहे सन भी अहीं अकाल पुरख की फौज हाँ और दुनिया ने गिणती विच क्वांटिटी विच सानू भावें घट है, साडी क्वालिटी वेखी है लोगों ने। जिदन किसी भुखे नूं रोटी ना मिले उन्होंने गुरुद्वारा याद आउंदा, गुरुद्वारे वाल भजदा है, इत्थों दे मिलेगी। ते दिल्ली च वेखिया ना जदों लोगों के साह औखे हुए उदों लोग पग्गां वाले वाल वेख के भजदे सी भी इन्हां कोल सिलेंडर दा किते कोई प्रबंध होवे। ये गुरु की बख्शिश है, ये गुरु की रहमत है। मैं सिंह साहब जी के सन्मान का जिक्र किया ना, ये सन्मान सेवा नूं ने। राड़ा साहब वाले महापुरख संत बाबा ईसर सिंह जी महाराज राड़ा साहब वाले धारना पढ़ते होंदे सी बड़े प्रेम नाल, नाम जपीए तां दूर हुंदे दुखड़े सेवा करके मान पाईदा। ये मान सन्मान घरां नूं अंदर कुंडे ला के बैठिया नहीं मिलते, ये गुरु की सेवा कीतिया मिलते हैं। और सेवा वास्ते फिर हिम्मत चाहिए है, फिर हौसला चाहिए, निर्भयता चाहिए है। ये गुण कलगियां वाले महाराज जी ने सानू बख्शे। तो इंद्र दी पुरी स्वर्ग
इंद्र भी परमात्मा का अंत ना पा सकिया। महादेव महाशिव ये दो नाम ने इकट्ठे, शिव नाम परमेश्वर का। जो महाराज कलगियां वाले पातशाह जी के बचन पढ़ते हैं ना, देह शिवा बर मोहे यह शुभ कर मन ते कबहू न टरो, ना डरो अरसों जब जाए लरो, निश्चय कर अपनी जीत करो। तो उदों फिर कई बार ये होंगे भी वेखो जी कलगियां वाले महाराज ना शिव कोलों वर मंग रहे ने, शिव कोलों कि महाराज शिव जी के पुजारी ने। चौपाई साहब ध्यान नाल पढ़ो तो उहदे च निर्णय शिव कौन है। जिहड़ा बैल की सवारी करन वाला, विभूति मलण वाला, सिर ते जटा रखण वाला, पार्वती दा पति कंत, जिहदे जटा चों केसा चों सनातन मत की विचार अनुसार गंगा निकली, जिन्हों वो शिव जी आखदे ने, उहदा नाम शिव नहीं, उहदा नाम महादेव है। चौपी से पढ़ो तो महाराज की कहते ने, महादेव को कहत सदा शिव। कहते लोकी की कहते ने महादेव नूं शिव आखी जाते हैं कि रब है, नाम तो उहदा महादेव है। कहते ना हर हर महादेव, वो शिव जी ली है, वो क्षमा करना वो महादेव ली है। तो जेड़ा कहते हैं ओम नमः शिवाय, वो शिव नाम परमेश्वर का है, वो परमेश्वर ली है। तो लोकी महादेव नूं शिव आखी जाते हैं, यही शिव है जी। महादेव को कहत सदा शिव, निरंकार का चीनत न पिव। उन निरंकार का भेद नहीं जानिया, तो महादेव नूं ही शिव जी आखी गए, शिव आखी गए। वो जिहड़ा महादेव है ना, महादेव, उन्हें भी शिव दा परमेश्वर दा अंत नहीं पाया। जोग करी भावें उन्हें बहुत जोग कीता, बड़ियां चौकड़ियां मारियां, बड़ियां साधना साधियां, बड़ी भगती कीती, इत्थे बस नहीं। पुन वेद बिरंच विचार रहियो। फिर अगे जिक्र है ब्रह्मा दा। ब्रह्मा बड़ा विद्वान मनिया, उन्हें वेद रचे। उन्हें कहा मैं वेदां दे राही परमात्मा का अंत पावां। ते धन गुरु अर्जन देव पातशाह महाराज जेड़ा ब्रह्मा वेद रच के परमेश्वर का अंत ना पा सकिया, ते अखीर ते लिख दिता नेत नेत। गुरु ग्रंथ साहब च बचन नेत नेत कथंत वेदा। वेदा ने अखीर च की कह दिता नेत नेत। नेत नेत का मतलब ना इति, जो किया गया परमात्मा बारे बहुत किया गया, लिखिया बहुत गया, बड़ा जिक्र किया, पर ना इति परमात्मा इना नहीं है, इहदे तो परे है, इहदे तो अगे है, इना नहीं है। पुर वेद बिरंच विचार रहियो। बिरंच ब्रह्मा, उन्हें वेद उच्चारण किए, वेद विचारे, वेद लिखे। हर जाप न छाड़ियो एक घड़ी, उहदा अंत पाउण वास्ते एक घड़ी भी उहदा उन्हें सिमरन नहीं छड्डिया। उन्हों याद करता रहा, उन्होंने जपदा रहा, तो की उन्हें अंत पा लिया? उन्हें भी अंत ना पाया। मथुरा जन को प्रभ दीन दयाल है। मेरा सतगुरु मथुरा जन को, ये जन सेवक मथुरा दा प्रभु कौन है? मेरा प्रभु, मेरा रब। मैं रब नूं ते वेख्या नहीं, जिहड़ा अदृष्ट है, जिहड़ा अगोचर है, इंद्रिया की पहुंच तो परे है, उन्होंने तो मैं वेख्या नहीं। पर आ रब नूं ते सामने वेख्या ना। धन गुरु अर्जन देव पातशाह महाराज सामने बैठे ने। भन मथुरा कछ भेद नहीं, गुरु अर्जन परताखर। आगे बचन आएगा, मैं इनू ते वेख्या ना, ते मेरे इस रब दा, मेरे इस प्रभु दा। देखो जी, आप इस घुंडी नूं, इस भेद नूं सौखा जिहा समझ लीए ना, जे रब नूं जानना है ना, तो रब नूं जानन वास्ते की करना है? आप हदूरे जो कुछ मर्जी करी जाइए, कख पता नहीं लगना। बड़े बड़े वड्डे खप के मर गए, धूणियां ता के, समाधियां ला ला के बड़े खप मर गए, किसी नूं पता ना लगा।
जे ਉਹਦੇ ਬਾਰੇ ਕੁਝ ਜਾਣਨਾ ਹੈ, ਉਹਦੇ ਤੱਕ ਪਹੁੰਚਣਾ ਹੈ, ਤੇ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ। ਉਹ ਕੀ ਹੈ? ਇੱਕ ਓੰਕਾਰ। ਓੰਕਾਰ ਸਦੀਵ ਕਾਲ ਇੱਕ ਹੈ। ਜੇ ਉਹਨੂੰ ਜਾਣਨਾ ਹੈ, ਉਹਦੀ ਬਖਸ਼ਿਸ਼ ਨੂੰ ਮੰਨਣਾ ਹੈ, ਉਹਦਾ ਆਨੰਦ ਲੈਣਾ ਹੈ, ਉਹਦੇ ਨਾਲ ਜੁੜਨਾ ਹੈ, ਉਹਦਾ ਰੂਪ ਹੋਣਾ ਹੈ, ਉਹਦੇ 'ਚ ਭੇਦ ਹੋਣਾ ਹੈ, ਇੱਕੋ ਤਰੀਕਾ ਜੇ। ਉਹ ਕੀ ਹੈ? ਸਤਿਗੁਰ ਪ੍ਰਸਾਦ। ਉਹ ਹੈ ਗੁਰੂ ਦੀ ਕਿਰਪਾ। ਉਹ ਹੈ ਗੁਰੂ ਦੀ ਕਿਰਪਾ। ਗੁਰੂ ਦੱਸੇਗਾ, ਗੁਰੂ ਬੁਝਾਏਗਾ, ਗੁਰੂ ਜਣਾਏਗਾ, ਗੁਰੂ ਸਮਝਾਏਗਾ, ਫਿਰ ਸਮਝ ਆਏਗੀ। ਗੁਰੂ ਨੇ ਦੱਸਣਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ। ਬਾਹਰੋਂ ਪਤਾ ਲੱਗੇਗਾ ਕਿ ਕੌਣ ਜਾਣੇ? ਕੋਈ ਨਹੀਂ ਜਾਣਦਾ, ਗੁਰੂ ਜਾਣਦਾ। ਕਿਉਂ? ਗੁਰ ਪਰਮੇਸ਼ਰ ਨਾ ਹੀ ਭੇਦ। ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਗੁਰੂ ਕੋਲ ਆ ਜਾਓ, ਗੁਰੂ ਜਣਾਏਗਾ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣਾ। ਗੁਰੂ ਜਣਾਉਂਦਾ। ਫਿਰ ਤੇ ਜਣਾਉਣ ਲੱਗਿਆ ਕੀ ਕਰਦਾ ਹੈ? ਕੋਈ ਬਹੁਤਾ ਸਮਾਂ ਨਹੀਂ ਲਾਉਂਦਾ ਗੁਰੂ। ਗੁਰੂ ਫਿਰ ਇਹ ਬਖਸ਼ਿਸ਼ ਕਰ ਦਿੰਦਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਰੀ ਨਹੀਂ ਕਰਦਾ। ਉਹ ਅੰਦਰ ਗਿਆਨ ਦਾ ਦੀਵਾ ਜਗਾ ਕੇ ਝੱਟ ਮਿਲਾਪ ਕਰਾ ਦਿੰਦਾ ਹੈ। ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਦੂਰੀ ਹੈ ਨਹੀਂ ਪਰ ਤੂੰ ਸਮਝੀ ਬੈਠਾ ਹੈ। ਇਹ ਦੂਰੀ ਤੇਰੇ ਤੇ ਰੱਬ ਵਿੱਚ ਜੋ ਫਰਕ ਹੈ ਨਾ, ਦੂਰੀ ਹੈ, ਵੇਤ ਹੈ, ਪੜਦਾ ਹੈ, ਉਹ ਰੱਬ ਵੱਲੋਂ ਕੋਈ ਨਹੀਂ, ਤੇਰੇ ਵੱਲੋਂ ਹੀ ਹੈ। ਉਹ ਹੈ ਮੈਂ ਦਾ, ਉਹ ਹੈ ਹਉਮੈ ਦਾ। ਇਹ ਬੱਜਰ ਕਪਾਟ ਜਿਹੜੇ ਅੰਦਰ ਮੈਂ ਮੇਰੀ ਦੇ ਨਾ, ਇਹ ਗੁਰੂ ਖੋਲ ਦਿੰਦਾ। ਬਾਹਰ ਢੂੰਡਣ ਤੇ ਛੂਟ ਪਰੇ। ਗੁਰੂ ਨੇ ਜਦੋਂ ਬੱਜਰ ਕਪਾਟ ਖੋਲ ਦਿੱਤੇ, ਗੁਰ ਘਰ ਹੀ ਮਾਹੇ ਦਿਖਾਇਆ ਤਾਂ ਗੁਰੂ ਮਿਲਾਉਂਦਾ ਹੈ। ਤੇ ਭੱਟ ਮਥਰਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਹੈ, ਸਾਹਮਣੇ ਖਲੋ ਕੇ ਉਸਤਤ ਕਰਦੇ ਨੇ। ਮਥਰਾ ਜਨ ਕੋ ਪ੍ਰਭ। ਇਹ ਮਥਰਾ ਸੇਵਕ ਦਾ ਪ੍ਰਭੂ, ਮੇਰਾ ਰੱਬ ਕੌਣ ਹੈ? ਗੁਰੂ ਅਰਜਨ ਦੇਵ ਮਹਾਰਾਜ। ਤੇ ਤੁਹਾਨੂੰ ਗੁਣ ਦੱਸ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ। ਕੀ ਗੁਣ ਹੈ? ਦੀਨ ਦਿਆਲ ਹੈ। ਮੇਰਾ ਗੁਰੂ ਦੀਨ ਦਿਆਲ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂਹੇ ਟਰੇ। ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਹਨੂੰ ਦੁਨੀਆ 'ਚ ਕਿਤੇ ਢੋਈ ਨਹੀਂ, ਮੇਰਾ ਗੁਰੂ ਉਹਨੂੰ ਗਲਵੱਕੜੀ ਵਿੱਚ ਲੈ ਲੈਂਦਾ ਹੈ। ਜਿਹਨੂੰ ਦੁਨੀਆ 'ਚ ਕੋਈ ਨਹੀਂ ਰੱਖ ਸਕਦਾ, ਉਹਨੂੰ ਗੁਰੂ ਰੱਖਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ। ਔਰੰਗਜ਼ੇਬ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜੀਵਨ ਪੜ੍ਹਨਾ। ਇਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਔਰੰਗਜ਼ੇਬ ਦੇ ਦਰਬਾਰ ਦੇ ਬੜੇ ਸਤਿਕਾਰਯੋਗ ਮੁਲਾਜ਼ਮ ਸਨ। ਤੇ ਇਹਨਾਂ ਦੀ ਡਿਊਟੀ ਕੀ ਸੀ? ਔਰੰਗਜ਼ੇਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਭਾਈ ਨੰਦ ਲਾਲ ਜੀ ਮੀਰ ਮੁੰਸ਼ੀ ਸੀ, ਹੈਡ ਮਾਸਟਰ। ਇੱਕ ਵਾਰੀ ਕੋਈ ਕੁਰਾਨ ਦੀ ਆਇਤ ਦਾ ਮਾਇਨਾ ਔਰੰਗਜ਼ੇਬ ਨੇ ਪੁੱਛਿਆ। ਕਾਜ਼ੀਆਂ ਮਲਾਲਿਆਂ ਨੇ ਜਵਾਬ ਦਿੱਤਾ। ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਔਰੰਗਜ਼ੇਬ ਦਾ ਛੋਟਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ, ਜਿਹਨੂੰ ਕਲਗੀਆਂ ਵਾਲੇ ਮਹਾਰਾਜ ਜੀ ਨੇ ਆਗਰੇ ਦੇ ਕਿਲੇ 'ਚ ਤਾਜ਼ੋ ਤਖਤ ਬਖਸ਼ਿਸ਼ ਕੀਤਾ ਹੈ, ਇਸ ਦੇਸ਼ ਦਾ ਰਾਜ ਬਖਸ਼ਿਸ਼ ਕੀਤਾ ਹੈ। ਬਾਅਦ 'ਚ ਬਹਾਦਰ ਸ਼ਾਹ ਜਿਹਦਾ ਨਾਮ ਹੋਇਆ, ਉਹ ਵੀ ਸਭਾ 'ਚ ਬੈਠਾ ਹੈ। ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਨੂੰ ਮੀਰ ਮੁੰਸ਼ੀ ਸਾਨੇ ਦੇ ਸ਼ਹਿਜ਼ਾਦਾ ਮੁਅੱਜ਼ਮ ਦੇ ਇਹਨੂੰ ਪੜ੍ਹਾਉਂਦੇ ਸਨ। ਅਰਬੀ ਫਾਰਸੀ ਦੇ ਆਰਫ ਫਾਜ਼ਲ ਵਿਦਵਾਨ ਨੇ। ਅੱਜ ਸ਼ਹਿਜ਼ਾਦਾ ਮੁਅੱਜ਼ਮ ਆਇਆ ਤੇ ਉਹਦਾ ਚਿਹਰਾ ਉਤਰਿਆ ਹੋਇਆ। ਭਾਈ ਨੰਦ ਲਾਲ ਜੀ ਨੇ ਪੁੱਛਿਆ ਵੀ ਪੁੱਤਰ ਗੱਲ ਕੀ ਹੈ? ਉਹ ਕਹਿੰਦੇ ਜੀ ਕੀ ਦੱਸਾਂ, ਅੱਜ ਸਭਾ ਦੇ ਵਿੱਚ
अब्बा ने सवाल किया, किसी नूं उहदा जवाब ना आया, तो मेरे लिए दुख की यह गल है भी जवाब मैनू भी ना आया। जे किते मैनू जवाब हुंदा मेरे कोल ते मेरा सभा च टौर बन जाता, तो अब्बा मेरे ते खुश हुंदा। उन्हें क्या गल किहड़ी है, दस पुत। उन्हें दसिया भी कुरान की आयत का आ मायना है, वो किसी को समझ नहीं आया। अपनी अपनी मत नाल दसिया, पर औरंगजेब की अब्बा की तसल्ली नहीं हुई। उन्हें कहा, पुत्त किहड़ी गल है? उन्हें कहा, मैं तेनों समझाउणा। उन्हें समझाया। जदों समझाया तो आख्या, कल जाके सुना दी। अगले दिन सभा लगी तो शहजादा मुअज्जम ने आख्या भी अब्बा जान तू ही कल पुछया सी एक सवाल, तो उसका जवाब आए। सारे लोग हैरान हो गए, औरंगजेब आप हैरान हो गया। कहता भी पुत मैनू तेरी अकल का तो पता, जे तैनू ਇਹਦਾ जवाब पता होंदा तो तू कल ही दस दिंदा। तू ये दस कित्थों सिक्खिया, तेनू किहने दसिया? कहता जी मैं ये सिक्खिया मीर मुंशी कोलों। उन्होंने दरबार च बुलाओ। भाई नंद लाल जी नूं दरबार च बुला के सन्मान दिता, विद्या का सत्कार किया। विद्या अपने आप में बड़ी वड्डी ताकत है। वेदांत का सूत्र है, तब लग विद्या को पढ़े जब लग घट में प्राण, जाहि तनी पहुंचे नहीं तह पहुंचे विद्वान। उहदा मान सन्मान करके तोड़िया, तो फिर आखन लगा भी इन्ना विद्वान बंदा, वो भी हिंदू, ये मेरे वास्ते गिलानी है, इनू जिवें किवें करके सलाम विच लेके आओ। तो शहजादा मुअज्जम ने जाके आख्या, मीर मुंशी जी तुहाडी विद्या, तुहाडी सियाणप, तुहाडा ज्ञान तुहाडे लई फाई बन गई जी। उन्हें कहा की होया? जां ते मुसलमान बनोगे, नहीं तो उन्हें फाई टंग देना है। वो आखन लगा, पुत्रा मेरा एक काम कर, मैनू एक बारी इस किले चों कढा दे। एक मेरे को ऐसी थां है जिथे मैं पहुंच गया, तेरा अब्बा ते की तेरे अब्बे दा अब्बा भी उतों दी हवा वाल नहीं वेख सकदा। उन्हें क्या, मीर मुंशी इस देश ते मेरे अब्बा दा राज है, इतों दी चलन वाली हवा औरंगजेब दी हुक्म नाल चलदी है, चप्पा चप्पा धरती ते उहदा राज है, इतों भज के कित्थे चले जाएगा? उन्हें क्या, इस धरती ते एक ऐसी थां है जिथे औरंगजेब दे नाम तो कोई नहीं डरदा। इस धरती ते एक ऐसी थां है जिथे औरंगजेब दा नाम सुन के कोई भय भीत नहीं हुंदा। इस धरती ते इहो जी एक थां है जिथे औरंगजेब दीयां फौजां, औरंगजेब दे माल खजाने दा रत्ती भर भी कोई जिक्र नहीं, कोई खौफ नहीं। उन्हें क्या, मीर मुंशी किहड़ी जगह है? भाई नंद लाल ने आख्या, कलगियां वाले महाराज दा दरबार आनंदपुर साहिब है। एक बार तू मैनू इथों कढ़ा दे, मैं उत्थे पहुंच गया, तेरे पिता की ताकत नहीं कोई उतों मैनू पकड़ सके। इथों निकल के भाई नंद लाल जी कलगियां वाले महाराज के दरबार च पहुंचे। वो अगला पक्ष है जितों उन्होंने जीवनी गुरु की शरण विच शुरू हुई। ये कलगियां वाले महाराज जी की बख्शिश जिहदा कोई अंत नहीं पा सकिया। मेरा गुरु दयालु है, ते दया किहदे ते करदा? दीन दयाल गरीब ते। दीन दा अर्थ है गरीब, किसी भी पक्ष तो, सेहत के पक्ष तो कोई गरीब है, धन के पक्ष तो कोई गरीब है, गुणा के पक्ष तो गरीब है, अकल के पक्ष तो गरीब है, सिक्खी सिद्धांत के पक्ष तो गरीब है। मैं तो इत्थे पहला भी कई बारी बेनती की थी कि अज साडे परिवारां च होर भी बड़ी गरीबी आ गई जे। हुण ते अगे असीं पग्गां वल्लों भी गरीब हुंदे जाने आ। सिर ते पग नहीं, टोपी है तो गरीब है, जबान ते उड़ा नहीं है, गरीब है। इनू मूल मंत्र नहीं आता, साडे बच्चे नू गरीब है। इनू जपजी साहिब का पाठ नहीं आता, ये गरीब है। इनू पंज प्यारियां दे नाम याद नहीं, इनू पंजां तख्तां दे नाम याद नहीं, इनू 10 गुरु साहिबां दे नाम याद नहीं, बेचारा गरीब है। ये गरीबी है। जे गुरु कोल आके तरला लईए ना, तो गुरु आ भी गरीबी कट देगा। ये भी गरीबी कटी है गुरु ने। दमदमा साहिब लिखण सार जिन्हों विद्या ना आउंदी होवे, गुरमुखी ना कोई आंदे मैनूं आउंदी नहीं, एक बारी ऊड़ा एड़ा लिखा भी उत्थे कलगियां वाले दी ऐसी बख्शिश हुंदी है, विद्वान बन जाएगा। दीन दयाल दीन होके आते सही। मथुरा जन को प्रभ मेरा गुरु, धन गुरु अर्जन देव पातशाह। मान हुए मेरा गुरु, ते मेरा कौन आखेगा?
मेरा गुरु मेरा वो आखेगा जिहड़ा ओदा हो गया। आप सवारे मैं मिले, मैं मिलिया सुख होई फरीदा। जे तू मेरा होए रहे, सब जग तेरा होई, सब जग तेरा होए। दीन दयाल है, संगत श्रेष्ठ निहाल करी। मेरे गुरु अर्जन देव पातशाह जी ने पता की कीता? संगत श्रेष्ठ, सारी कायनात, सारी दुनिया ते सारी संगत ये अपनी रहमत दी निगाह पा के ते निहाल कर दिती। ते धन गुरु अर्जन देव पातशाह महाराज तुहाडे ते चरणां ते वार-वार नमस्कार। ते एक बारी मैं नमस्कार करा धन गुरु रामदास महाराज जी दे चरणां ते भी, ते पुछया भी भट्ट मतरा जी तुसीं ते जस कर रहे सी गुरु अर्जन देव महाराज दा, ते गुरु अर्जन देव महाराज दा जस करदे करदे गुरु रामदास महाराज तक पिछे किवें पहुंच गए? ते भट्ट मथरा जी आखण लगे ये जड़ियां वडियाइयां गुरु अर्जन देव महाराज जी नूं बख्शियां ना, बड़ी वड्डी चुनौती सी गुरु रामदास महाराज जी दे सामने। बड़े दावे कीते पिरथी चंद ने, बड़ा कुछ कीता, पर धन गुरु रामदास महाराज जी ने यह कृपा कर दी। रामदास गुरु जग तारन को, गुरु जोत अर्जन माही तरी। मेरे गुरु अर्जन देव महाराज जी दे अंदर धन गुरु रामदास महाराज जी ने जोत रखी, ते रखी पता किस वास्ते? जगत नूं तारन वास्ते, संसार नूं तारन वास्ते। गुरु अर्जन देव महाराज जी दे अंदर धन गुरु रामदास महाराज जी ने जोत टका दी। ते धन गुरु अर्जन देव महाराज जो जेड़े दीन दयाल ने, गरीबां दा दुख कटदे ने, झोलियां भरदे ने, और जिस मेरे गुरु अर्जन देव महाराज जी का किसी ने अंत नहीं पाया, कोई मेरे गुरु का अंत नहीं पा सकता। अंत को चाहन जो गए से आए अंत गवाए। ऐसे दीन दयाल सतगुरु पातशाह महाराज जी के चरणों ते वार वार नमस्कार। भुलां गलतियां की खिमा साहिब गुरु ग्रंथ साहिब पातशाह जी का कोटान कोट शुकराना। समूह गुरु की संगत का सन्मान सत्कारयोग सिंह साहिब, ज्ञानी रणजीत सिंह जी हैड ग्रंथी साहिब जी, तिन्हां दा बहुत धन्यवाद। भुलां दी खिमा जी। वाहिगुरु जी का खालसा, वाहिगुरु जी की फतेह।